ਪਾਸੀ ਜੀ ਕਿਵੇਂ ਦੇਖਦੇ ਹੋ ਟਵੀਟ ਰਾਹੀਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਜਲਦੀ ਪੰਜਾਬ ਸਰਕਾਰ ਖਰੀਦਣ ਜਾ ਰਹੀ ਹੈ ਤੇ ਕਹਿੰਦੇ ਕਿ ਹਾਲੇ ਤੱਕ ਤਾਂ ਤੁਸੀਂ ਇਹ ਸੁਣਿਆ ਕਿ ਸਰਕਾਰੀ ਚੀਜ਼ਾਂ ਪ੍ਰਾਈਵੇਟ ਬੰਦਿਆਂ ਦੇ ਹੱਥ ਦੇ ਦਿੱਤੇ ਜਾਂਦੇ ਨੇ ਸਰਕਾਰੀ ਅਦਾਰੇ ਕਿ ਘਾਟੇ 'ਚ ਚੱਲ ਰਿਹਾ ਸੀ ਪ੍ਰਾਈਵੇਟ ਅਦਾਰੇ ਤੋਂ ਨਹੀਂ ਸੰਭਲਿਆ ਅਸੀਂ ਆਪਾਂ ਲੈ ਲੈਣੇ। हाँ बिल्कुल सुरेंद्र जी उल्टी गंगा बहान लगे हैं कारण है ये एक्चुअल च की है गंगा उल्टी नहीं बहान लगे। मान साहब ने तुहानूं पता पंजाब दे प्रति उन्हां नूं किन्ना प्यार है दर्द है और वो पंजाब की बेहतरी लई हर कदम चक सकते हैं और उन्होंने ये भी एक कदम इसे लिए सोची समझी गल की है क्योंकि असीं बिड देन जा रहे हैं गोइंदवाल की और अगर असीं गोइंदवाल का थर्मल प्लांट खरीदण च कामयाब हो जाने तो सानूं ₹1.5 तो लैके ₹1.90 तक बिजली होर सस्ती पएगी। तो ये बड़े सोच विचार के बड़े बेहतरीन तरीके दे नाल एक आइडिया आया और इनू अगर असीं बिड दे विच कामयाब हो जाने तो पंजाब दे लई बहुत अच्छा हो। ਅਸੀਂ ਇਹ ਦੇਖਦੇ ਹਾਂ ਕਿ ਪਿਛਲੀ ਸਰਕਾਰ ਜਦੋਂ ਗਈ ਹੈ ਵੀ ਉਦੋਂ ਇਹ ਰੇਟ ਸੀ ਉਸ ਤੋਂ ਸਸਤਾ ਹੈ ਕਿ ਨਹੀਂ ਹੈ ਇਹ ਤਾਂ ਮੰਨਦੇ ਹੋ ਕਿ ਨਹੀਂ ਮੰਨਦੇ ਕਿ ਮੰਨ ਲਓ ਤੁਸੀਂ ₹2 ਅੱਜ ਵਧਾਤੇ ਅਗਲੇ ਸਾਲ ਫਿਰ ₹2 ਵਧਾ ਦਿੱਤੇ ਪਰ ਬਾਅਦ ਦੇ ਵਿੱਚ ਜਦੋਂ ਥਰਮਲ ਪਲਾਂਟ ਆਪਰੇਟ ਹੋਣ ਲੱਗਿਆ ਕਿ ਤੁਸੀਂ ਕਿਹਾ ਕਿ ਦੇਖੋ ਜੀ ਵਾਅਦਾ ਕੀਤਾ ਸੀ ਅਸੀਂ ਆਪਾਂ ₹2 ਹੋਰ ਘਟਾ ਦਿੰਦੇ ਹਾਂ ਪਰ ਨਟਸ਼ੈਲ 'ਚ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਅਸੀਂ ਓਵਰਆਲ ਤਾਂ ਦੇਖੀਏ ਤਾਂ ਬਿਜਲੀ ਮਹਿੰਗੀ ਮਿਲ ਰਹੀ ਹੈ। ਸੁਰਿੰਦਰ ਜੀ ਇਹਦੇ 'ਚ ਇੱਕ ਫਰਕ ਹੈ ਦੇਖੋ 82.72% ਲੋਕਾਂ ਨੂੰ यानी आलमोस्ट 83% लोगों में जीरो बिल आए पिछले 1 साल के विच और हुण जदों गोइंदवाल का प्रोजैक्ट असी अगर बिड च कामयाब हो जाते हैं तो उहदे नाल उन्हां 18% लोगों को भी बेनीफिट होना है पंजाब सरकार को भी बेनीफिट होना है पंजाब के लोगों को भी बेनीफिट। पर पासी जी जिस तरीके नाल ट्वीट खरीदन जा रही है या खरीद ली है इनू किवें देखदे हो कि वाकई क्योंकि हाले बिड पैनी है खरीदन जा रहे मान लिया जाए कि मतलब सारा कुछ फाइनल हो चुका है। नहीं उन्होंने कहा खरीदन जा रही है। देखो मैं किसी चीज़ की बिड देना तो मेरा विचार क्या होंदा कि मैं ये चीज़ खरीदनी है जी मैं इसलिए बिड दे रहा वही मान साहब ने कहा। किवें देखदे हो क्योंकि ये परल ग्रुप कोई ये नहीं कि आप 2 साल पहला ही होया ये काफ़ी देर तो ये मुद्दा चलिया आ रहा है तुहानूं ध्यान होना कांग्रेस के टाइम पर भी अकाली के टाइम पर एक शुरुआत हुई सी उन्हां दी सरकार सी फिर लग्या शायद कांग्रेस इस ते कुछ करेगी ते हुण भगवंत मान सरकार की करन जा रही है। सुरेंद्र जी तकरीबन 45,000 तो 60,000 करोड़ दे विच दा दस्सिया जांदा है अंकड़ा जिहड़ा लोकां दा पैसा फसिया परल ग्रुप दे विच पर हुण लोकां नूं जदों सरकार ने टीचा ठान लिया कि असीं पैसे वापस करांगे ਤਾਂ ਇਹਦਾ ਮਤਲਬ ਕਲੀਅਰ ਨਜ਼ਰ ਆ ਰਿਹਾ ਕਿ ਲੋਕਾਂ ਨੂੰ ਫੇਰ ਆਸ ਜਗੀ ਆ। ਇਹ ਵੀ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਸਰਕਾਰ ਜੋ ਕਹਿੰਦੀ ਸੀ ਉਸ ਟਾਈਮ ਉਹਦੇ ਉੱਤੇ ਖਰੀ ਉਤਰ ਰਹੀ ਹੈ ਲੇਕਿਨ ਅਗਰ ਤੁਸੀਂ ਕਹੋਗੇ ਕਿ 1 ਸਾਲ ਦੇ ਵਿੱਚ ਹੀ ਸਾਰਾ ਜਿਹੜਾ ਬੇਰੁਜ਼ਗਾਰੀ ਪੰਜਾਬ ਦੀ ਖਤਮ ਹੋ ਜਾਏਗੀ ਇਹ ਪੋਸੀਬਲ ਹੀ ਨਹੀਂ ਹੈ। ਕੋਸ਼ਿਸ਼ ਜਾਰੀ ਹੈ। ਤੁਸੀਂ ਦੇਖੋ ਵੀ ਪਰ ਜਿਹੜਾ ਧਰਨਾ ਵਾਈਪੀਐਸ ਚੌਂਕ ਤੇ ਲੱਗਿਆ ਹੋਇਆ ਹੈ ਤੁਸੀਂ ਦੇਖੋਗੇ ਉਹ ਕੌਮੀ ਇਨਸਾਫ ਮੋਰਚਾ ਉਸੇ ਤਰੀਕੇ ਨਾਲ ਹੀ ਬੈਠੇ ਹੋਏ ਨੇ ਉਹ ਕਿਸਾਨ ਤਾਂ ਅੱਜ ਵੀ ਉਸੇ ਤਰੀਕੇ ਨਾਲ ਧਰਨੇ ਤੇ ਬੈਠੇ ਹੋਏ ਨੇ। ਸੁਰਿੰਦਰ ਜੀ ਇੱਕ ਕਿਸਾਨ ਧਰਨਾ ਦਿੱਲੀ ਲੱਗਿਆ ਸੀ ਤੁਸੀਂ ਉਹਦੀ ਸਟਰੈਂਥ ਵੀ ਦੇਖੀ ਸੀ। ਇੱਕ ਧਰਨੇ ਅੱਜ ਵੀ ਲੱਗ ਰਹੇ ਆ ਅਸੀਂ ਉਹਨਾਂ ਦੀ ਸਮੱਸਿਆਵਾਂ ਵੀ ਹੱਲ ਕਰ ਰਹੇ ਹਾਂ। ਕੀ ਉਹ ਐਕਸਪੈਕਟੇਸ਼ਨਸ ਦੇ ਚੱਕਰ ਦੇ ਵਿੱਚ ਸਾਡੇ ਸੜਕਾਂ ਤੇ ਨੇ ਕਿ ਰਾਬਤਾ ਨਹੀਂ ਹੋ ਪਾ ਰਿਹਾ ਕਿਉਂਕਿ ਅਕਸਰ ਇਹੀ ਹੁੰਦਾ ਕਿ ਹਾਂਜੀ ਮਾਨ ਸਾਹਿਬ ਨਾਲ ਉਸ ਤਰੀਕੇ ਨਾਲ ਜੇ ਰਾਬਤਾ ਹੋ ਜੇ ਤਾਂ ਸ਼ਾਇਦ 6 ਮਹੀਨੇ ਹੋਰ ਸਾਲ ਉਹ ਉਡੀਕ ਲੈਣ। ਸੁਰਿੰਦਰ ਜੀ ਇੱਕ ਸਰਕਾਰ ਜਿਹਦੇ ਉੱਤੇ ਪਿਛਲੀਆਂ ਸਰਕਾਰਾਂ 3 ਲੱਖ ਦੇ ਕਰੀਬ ਕਰਜ਼ਾ 3 ਲੱਖ ਕਰੋੜ ਦੇ ਕਰੀਬ ਕਰਜ਼ਾ ਛੱਡ ਕੇ ਗਏ ਹੋਣ ਜਿੱਥੇ ਪੂਰੀ ਤਰ੍ਹਾਂ ਚਰਮਰਾਇਆ ਸਿਸਟਮ ਹਵਾਲੇ ਕਰਕੇ ਗਏ ਹੋਣ ਉਹ ਸਰਕਾਰ 1 ਸਾਲ ਦੇ ਵਿੱਚ 2 ਜਾਂ 3 ਲੱਖ ਨੌਕਰੀਆਂ ਕਿੱਦਾਂ ਅਰੇਂਜ ਕਰ। ਇਹ ਤਾਂ ਮਾਨ ਸਾਹਿਬ ਦੀ ਸਰਕਾਰ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਇਹਨਾਂ ਨੇ ਚੀਮਾ ਸਾਹਿਬ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਕਿੱਦਾਂ ਮੈਨੇਜ ਕਰਕੇ 29,000 ਨੌਕਰੀਆਂ 1 ਸਾਲ ਦੇ ਵਿੱਚ ਕੀਤੀਆਂ। ਸਤਿ ਸ਼੍ਰੀ ਅਕਾਲ ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿੰਡ ਵੇ। ਜੀ ਹਾਂ ਮਾਨ ਸਾਹਿਬ ਗਵਾਲੀਅਰ ਨੇ ਮੱਧ ਪ੍ਰਦੇਸ਼ ਦੇ ਦੌਰੇ ਤੇ ਨੇ ਤੇ ਨਾਲ ਹੀ ਉੱਥੋਂ ਬਹੁਤ ਵੱਡੇ ਐਲਾਨ ਵੀ ਕਰ ਦਿੱਤੇ ਨੇ ਨਾਲੇ ਟਵੀਟ ਕਰਕੇ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ। ਹਾਲੇ ਕੱਲ 1 ਸਾਲ ਪੂਰਾ ਹੋਇਆ ਸੀ
ਫ੍ਰੀ ਬਿਜਲੀ ਨੂੰ ਲੈ ਕੇ ਫ੍ਰੀ ਬਿਜਲੀ ਯੋਜਨਾ ਜਿਹੜੀ ਸੀ 300 ਯੂਨਿਟ ਫ੍ਰੀ ਬਿਜਲੀ, ਉਹਦਾ ਕੱਲ 1 ਸਾਲ ਪੂਰਾ ਹੁੰਦਾ ਤੇ ਅੱਜ ਥਰਮਲ ਪਲਾਂਟ ਦੀ ਇੱਕ ਟਵੀਟ ਰਾਹੀਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਕਹਿੰਦੇ ਉਲਟੀ ਗੰਗਾ ਬਹਾ ਦਿੱਤੀ ਹੈ ਅਸੀਂ। ਜੀ ਹਾਂ, ਇਸੇ ਤੇ ਚਰਚਾ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਿਕਰਮਜੀਤ ਸਿੰਘ ਪਾਸੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਪਾਸੀ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ, ਪਰਮਾਤਮਾ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਖੁਸ਼ੀਆਂ, ਤਰੱਕੀਆਂ, ਤੰਦਰੁਸਤੀਆਂ ਦੇਵੇ। ਪਾਸੀ ਜੀ, ਕਿਵੇਂ ਦੇਖਦੇ ਹੋ ਟਵੀਟ ਰਾਹੀਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਜਲਦੀ ਪੰਜਾਬ ਸਰਕਾਰ ਖਰੀਦਣ ਜਾ ਰਹੀ ਹੈ ਤੇ ਕਹਿੰਦੇ ਕਿ ਹਾਲੇ ਤੱਕ ਤਾਂ ਤੁਸੀਂ ਇਹ ਸੁਣਿਆ ਕਿ ਸਰਕਾਰੀ ਚੀਜ਼ਾਂ ਪ੍ਰਾਈਵੇਟ ਬੰਦਿਆਂ ਦੇ ਹੱਥ ਦੇ ਦਿੱਤੇ ਜਾਂਦੇ ਨੇ, ਸਰਕਾਰੀ ਅਦਾਰੇ, ਕਿ ਘਾਟੇ ਦਾ ਨਾਮ ਲੈ ਦੇ ਕੇ। ਤੇ ਪਹਿਲੀ ਵਾਰੀ ਕਹਿੰਦੇ ਇਸ ਤੱਕ ਉਲਟੀ ਗੰਗਾ ਬਹਾ ਦਿੱਤੀ ਹੈ ਕਿ ਘਾਟੇ 'ਚ ਚੱਲ ਰਿਹਾ ਸੀ, ਪ੍ਰਾਈਵੇਟ ਅਦਾਰੇ ਤੋਂ ਨਹੀਂ ਸੰਭਲਿਆ, ਅਸੀਂ ਆਪਾਂ ਲੈ ਲੈਂਦੇ ਹਾਂ। हाँ बिल्कुल सुरिंदर जी, उल्टी गंगा बहान लगे हैं। कारण है ਇਹ ਐਕਚੁਅਲ ਚ ਕੀ ਹੈ, ਗੰਗਾ ਉਲਟੀ ਨਹੀਂ ਬਹਾਨ ਲੱਗੇ। ਮਾਨ ਸਾਹਿਬ ਨੇ, ਤੁਹਾਨੂੰ ਪਤਾ ਪੰਜਾਬ ਦੇ ਪ੍ਰਤੀ ਉਹਨਾਂ ਨੂੰ ਕਿੰਨਾ ਪਿਆਰ ਹੈ, ਦਰਦ ਹੈ, ਔਰ ਉਹ ਪੰਜਾਬ ਦੀ ਬਿਹਤਰੀ ਲਈ ਹਰ ਕਦਮ ਚੱਕ ਸਕਦੇ ਆ। ਔਰ ਉਹਨਾਂ ਨੇ ਇਹ ਵੀ ਇੱਕ ਕਦਮ ਇਸੇ ਲਈ ਸੋਚੀ ਸਮਝੀ ਗੱਲ ਕੀਤੀ ਹੈ ਕਿਉਂਕਿ ਅਸੀਂ ਬਿੱਡ ਦੇਣ ਜਾ ਰਹੇ ਹਾਂ ਗੋਇੰਦਵਾਲ ਦੀ, ਜਿਹੜਾ ਗੋਇੰਦਵਾਲ ਥਰਮਲ ਪਲਾਂਟ ਹੈ। ਕਾਰਨ ਕੀ ਹੈ ਸੁਰਿੰਦਰ ਜੀ, ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਲੋਕਾਂ ਨੂੰ ਜਿਹੜਾ ਹੈ ਬਿਜਲੀ ਦੀ ਕਟੌਤੀ ਦਾ ਕਿਸੇ ਕਿਸਮ ਨਾਲ ਵੀ ਸਾਹਮਣਾ ਕਰਨਾ ਪਵੇ। ਹੁਣ ਤੱਕ ਤੁਸੀਂ ਦੇਖਿਆ ਹੋਣਾ, ਅਸੀਂ 600 ਯੂਨਿਟ ਫ੍ਰੀ ਬਿਜਲੀ ਦਿੰਦੇ ਹੋਏ ਵੀ ਬਿਜਲੀ ਦੀ ਜਿਹੜੀ ਹੈ ਲੋਕਾਂ ਨੂੰ ਕੋਈ ਘਾਟ ਨਹੀਂ ਆਉਣ ਦਿੱਤੀ, ਨਾ ਕਿਸਾਨਾਂ ਨੂੰ ਆਉਣ ਦਿੱਤੀ ਹੈ। ਅੱਜ ਵੀ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲ ਰਹੀ ਹੈ। ਔਰ ਅਗਰ ਅਸੀਂ ਗੋਇੰਦਵਾਲ ਦਾ ਥਰਮਲ ਪਲਾਂਟ ਖਰੀਦਣ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਤੁਹਾਨੂੰ 1.5 ਰੁਪਏ ਤੋਂ ਲੈ ਕੇ 1 ਰੁਪਏ 90 ਪੈਸੇ ਤੱਕ ਬਿਜਲੀ ਹੋਰ ਸਸਤੀ ਪਏਗੀ, ਜਿਹਦੇ ਨਾਲ ਪੰਜਾਬ ਦੇ ਆਰਥਿਕ ਹਾਲਾਤ ਹੋਰ ਬਿਹਤਰ ਹੋਣਗੇ। ਉਹ ਇਸ ਮਕਸਦ ਦੇ ਨਾਲ ਅਸੀਂ ਜਿਹੜਾ ਗੋਇੰਦਵਾਲ ਦਾ ਥਰਮਲ ਪਲਾਂਟ ਖਰੀਦਣ ਜਾ ਰਹੇ ਹਾਂ ਕਿਉਂਕਿ ਇਹ ਨਵਾਂ ਥਰਮਲ ਪਲਾਂਟ ਹੈ। ਤੁਹਾਨੂੰ ਪਤਾ 2015 ਤੋਂ ਇਹ ਆਪਰੇਟ ਹੋਇਆ ਔਰ ਇਹਦੀ ਹਲੇ ਵੀ 30-40% ਦੇ ਕਰੀਬ ਕਪੈਸਿਟੀ ਦਾ ਜਿਹੜਾ ਹੈ ਯੂਜ਼ ਹੋ ਰਿਹਾ ਹੈ। ਔਰ ਅਗਰ ਅਸੀਂ ਸਰਕਾਰ ਇਹਨੂੰ ਖਰੀਦ ਲੈਂਦੀ ਹੈ ਤਾਂ ਇਹਦਾ 100% ਵੀ ਯੂਜ਼ ਹੋ ਸਕਦਾ ਹੈ। ਔਰ ਉਹਦੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਿਜਲੀ ਦੀ ਮੰਗ ਵੱਧ ਰਹੀ ਆ ਉਹਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ। ਔਰ ਜਿਹੜਾ ਪੰਜਾਬ ਸਰਕਾਰ ਦਾ ਸੁਪਨਾ ਕਿ ਇਹ ਜਿਹੜਾ 5 ਸਾਲ ਅਸੀਂ ਕਿਹਾ ਕਿ ਜਿਹੜਾ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕੀਏ, ਸਸਤੀ ਬਿਜਲੀ ਦੇ ਸਕੀਏ, 600 ਯੂਨਿਟ ਫ੍ਰੀ ਜਿਹੜਾ ਲਗਾਤਾਰ ਜਾਰੀ ਰੱਖ ਸਕੀਏ, ਇਹਨਾਂ ਦੇ ਲਈ ਵੀ ਸਾਨੂੰ ਫਾਇਦਾ ਰਹੇਗਾ। ਔਰ ਜਿਹੜਾ ਬਾਰ-ਬਾਰ ਪਿਛਲੀਆਂ ਸਰਕਾਰਾਂ ਸਮੇਂ ਵੀ ਕੋਸ਼ਿਸ਼ ਹੁੰਦੀ, ਜਦੋਂ ਬਿਜਲੀ ਦੀ ਕੋਈ ਪ੍ਰੋਬਲਮ ਆ ਜਾਂਦੀ ਸੀ ਸੈਂਟਰ ਵੱਲ ਦੇਖਣਾ ਪੈਂਦਾ ਸੀ, ਉਸ 'ਚ ਵੀ ਸਾਨੂੰ ਜਿਹੜਾ ਹੈ ਘੱਟ ਦੇਖਣਾ ਪਏਗਾ। ਸੋ ਇਹ ਬੜੇ ਸੋਚ ਵਿਚਾਰ ਕੇ ਬੜੇ ਬਿਹਤਰੀਨ ਤਰੀਕੇ ਦੇ ਨਾਲ ਇੱਕ ਆਈਡੀਆ ਆਇਆ ਔਰ ਇਹਨੂੰ ਅਗਰ ਅਸੀਂ ਬਿੱਡ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਪੰਜਾਬ ਦੇ ਲਈ ਬਹੁਤ ਅੱਛਾ ਹੋਵੇਗਾ। ਬਿਲਕੁਲ, ਆਓ ਤੁਹਾਨੂੰ ਸੁਣਾ ਦਿੰਦੇ ਹਾਂ ਪਹਿਲਾਂ ਕਿ ਗਵਾਲੀਅਰ ਜਦੋਂ ਪਹੁੰਚੇ ਮਾਨ ਸਾਹਿਬ ਤੇ ਜਦੋਂ ਸੰਬੋਧਿਤ ਕਰ ਰਹੇ ਸੀ ਰੈਲੀ ਨੂੰ, ਕੀ ਕੁਝ ਉਹਨਾਂ ਨੇ ਕਿਹਾ। आज ही पंजाब में एक फैसला हुआ है, आज ही आमतौर पे सरकार आती है, सरकारी अदारों को घाटे में दिखाकर प्राइवेट मित्रों को बेच देती है। जैसे एयरपोर्ट बेच दिए, सी पोर्ट बेच दिए, रेल बेच दी, भेल बेच दी, LIC बेच दी, घाटे में है अपने मित्रों को बेच दो। लेकिन पंजाब सरकार ने उल्टी गंगा बहा दी है। पंजाब सरकार आज ही फैसला लिया है, एक घाटे में चल रहा प्राइवेट थर्मल प्लांट सरकार खरीद रही है कि हम चला के दिखाएंगे, हम इससे बिजली पैदा करके दिखाएंगे। ये काम करने आए हैं। अरविंद केजरीवाल जी ने कहा था जब पार्टी बनाई थी, राजनीति करने नहीं सिखाने आए हैं। ये सब सीख जाएंगे, सब उतर जाएंगे नीचे। जो हेलीकॉप्टर से नीचे नहीं उतरते थे, सिर्फ हेलीकॉप्टर से बाय बाय करके कहते थे पब्लिक को वोट देना ही पड़ेगा। भाई साहब डोर टू डोर कर रहे हैं ना, डोर टू डोर। अब इनको विंडो टू विंडो ले आएंगे हम, विंडो टू विंडो। धरती पे आ गए, धरती पे। ਬਿਲਕੁਲ, ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆਪਦੇ ਅੰਦਾਜ਼ ਦੇ ਵਿੱਚ ਭਗਵੰਤ ਮਾਨ ਜੀ ਅਕਸਰ ਵਿਰੋਧੀਆਂ ਦੇ ਨਿਸ਼ਾਨੇ ਸਾਧਦੇ ਹੋਏ। ਖੈਰ ਪਾਸੀ ਜੀ, ਕਿ ਥਰਮਲ ਪਲਾਂਟ ਖਰੀਦ ਦਿੱਤਾ ਜਾਵੇਗਾ, ਫਿਰ 2 ਰੁਪਏ ਯੂਨਿਟ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਵੀ ਘੱਟ ਤੋਂ ਘੱਟ 1.5 ਤੋਂ 1 ਰੁਪਏ 90 ਪੈਸੇ ਬਿਜਲੀ ਦਾ ਮਤਲਬ ਯੂਨਿਟ ਦਾ ਫਰਕ ਪੈ ਸਕਦਾ ਹੈ। ਪਰ ਹੁਣ ਵੀ ਜਿਵੇਂ ਤੁਸੀਂ ਪਿੱਛੇ ਜੇ ਹੁਣ ਆਪਣਾ ਕੱਲ ਵੀ ਇਸੇ ਤੇ ਗੱਲ ਤੇ ਹੋ ਰਹੀ ਸੀ ਕਿ ਜਦੋਂ ਹੁਣ ਵੀ ਤਾਂ ਯੂਨਿਟ ਵਧਾ ਦਿੱਤੇ ਜਾਂਦੇ, ਕਿਉਂਕਿ ਵਧਾ ਕੇ ਘਟਾਣਾ ਤਾਂ ਉਹ ਕਿਤੇ ਨਾ ਕਿਤੇ ਘਟਿਆ ਹੋਇਆ ਨਜ਼ਰ ਨਹੀਂ ਆਉਂਦਾ। ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਪਿਛਲੀ ਸਰਕਾਰ ਜਦੋਂ ਗਈ ਹੈ ਵੀ ਉਦੋਂ ਇਹ ਰੇਟ ਸੀ, ਉਸ ਤੋਂ ਸਸਤਾ ਹੈ ਕਿ ਨਹੀਂ ਹੈ, ਇਹ ਤਾਂ ਮੰਨਦੇ ਹੋ ਕਿ ਨਹੀਂ ਮੰਨਦੇ? ਕਿ ਮੰਨ ਲਓ ਤੁਸੀਂ 2 ਰੁਪਏ ਅੱਜ ਵਧਾਤੇ, ਅਗਲੇ ਸਾਲ ਫਿਰ 2 ਰੁਪਏ ਵਧਾ ਦਿੱਤੇ,
ਪਰ ਬਾਅਦ ਦੇ ਵਿੱਚ ਜਦੋਂ ਥਰਮਲ ਪਲਾਂਟ ਆਪਰੇਟ ਹੋਣ ਲੱਗਿਆ ਕਿ ਤੁਸੀਂ ਕਿਹਾ ਕਿ ਦੇਖੋ ਜੀ ਵਾਅਦਾ ਕੀਤਾ ਸੀ ਅਸੀਂ ਆਪਾਂ 2 ਰੁਪਏ ਹੋਰ ਘਟਾ ਦਿੰਨੇ ਆ, ਪਰ ਨਟਸ਼ੈਲ 'ਚ ਦੇਖਦੇ ਆ ਤਾਂ ਸਾਨੂੰ ਲੱਗਦਾ ਕਿ ਅਸੀਂ ਓਵਰਆਲ ਤਾਂ ਦੇਖੀਏ ਤਾਂ ਬਿਜਲੀ ਮਹਿੰਗੀ ਮਿਲ ਰਹੀ ਹੈ। ਸੁਰਿੰਦਰ ਜੀ ਇਹਦੇ 'ਚ ਇੱਕ ਫਰਕ ਹੈ, ਦੇਖੋ 82.72% ਲੋਕਾਂ ਨੂੰ, ਯਾਨੀ ਆਲਮੋਸਟ 83% ਲੋਕਾਂ ਨੂੰ ਜ਼ੀਰੋ ਬਿੱਲ ਆਏ ਪਿਛਲੇ 1 ਸਾਲ ਦੇ ਵਿੱਚ। ਇਹ ਤੁਸੀਂ ਕਿਤੇ ਵੀ ਜਾ ਕੇ ਪਿੰਡਾਂ 'ਚ ਸ਼ਹਿਰਾਂ 'ਚ ਮੈਂ ਚੱਲਦਾ ਤੁਹਾਡੇ ਨਾਲ ਚੈੱਕ ਕਰ ਸਕਦੇ। ਇਹ ਨਹੀਂ ਤੁਸੀਂ ਕਹਿ ਸਕਦੇ ਕਿ ਅਗਰ 18% ਲੋਕਾਂ ਦੇ ਰੇਟ ਵਧਾਤੇ ਤਾਂ ਉਹ 82% ਦਾ ਕਵਰ ਹੋ ਗਿਆ, ਨਹੀਂ ਸੁਰਿੰਦਰ ਜੀ। ਉਹ ਤਾਂ ਜਦੋਂ ਬਿਜਲੀ ਦੇ ਖਰਚੇ ਜਿਹੜੇ 18% ਨਾਲ ਰਿਲੇਟਡ ਵਧੇ ਆ ਤਾਂ ਉਹਨਾਂ ਨੂੰ 18% ਲੋਕਾਂ ਨੂੰ ਸਿਰਫ ਉਹੀ ਖਰਚੇ ਪਏ ਆ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਲੇਕਿਨ ਰਾਹਤ 82% ਲੋਕਾਂ ਨੂੰ ਮਿਲੀ ਹੈ ਜੋ ਸਰਕਾਰ ਨੇ ਆਪਣੇ ਵੱਲੋਂ ਦਿੱਤੀ ਹੈ। ਸਰਕਾਰ ਨੇ ਉਸ ਪੈਸੇ ਨਾਲ ਨਹੀਂ ਰਾਹਤ ਦਿੱਤੀ, ਜਿਹਦਾ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ 22,100 ਕਰੋੜ ਰੁਪਇਆ ਪੰਜਾਬ ਸਰਕਾਰ ਨੇ PSPCL ਨੂੰ ਦਿੱਤਾ ਹੈ, ਜੋ ਤੁਸੀਂ ਆਪ ਚੈੱਕ ਕਰ ਸਕਦੇ ਹੋ। ਪਰ ਉਹਦੇ ਵਿੱਚ ਇਹ ਬਿਜਲੀ ਸਬਸਿਡੀ ਵੀ ਹੈ 5860 ਕਰੋੜ ਦੇ ਕਰੀਬ ਲੋਕਾਂ ਨੂੰ ਰਾਹਤ ਹੋਈ ਹੈ ਇਸ ਬਿਜਲੀ ਦੇ ਨਾਲ। ਔਰ ਹੁਣ ਜਦੋਂ ਗੋਇੰਦਵਾਲ ਦਾ ਪ੍ਰੋਜੈਕਟ ਅਸੀਂ ਅਗਰ ਬਿੱਡ 'ਚ ਕਾਮਯਾਬ ਹੋ ਜਾਂਦੇ ਹਾਂ ਤਾਂ ਉਹਦੇ ਨਾਲ ਉਹਨਾਂ 18% ਲੋਕਾਂ ਨੂੰ ਵੀ ਬੈਨੀਫਿਟ ਹੋਣਾ, ਪੰਜਾਬ ਸਰਕਾਰ ਨੂੰ ਵੀ ਬੈਨੀਫਿਟ ਹੋਣਾ, ਪੰਜਾਬ ਦੇ ਲੋਕਾਂ ਨੂੰ ਵੀ ਬੈਨੀਫਿਟ ਹੋਣਾ, ਕਿਉਂਕਿ ਜਿਹੜੀ ਬਿਜਲੀ ਆ ਉਹ 1.5 ਰੁਪਏ ਤੋਂ 1 ਰੁਪਏ 90 ਪੈਸੇ ਦੇ ਵਿਚਕਾਰ ਸਸਤੀ ਹੋ ਸਕਦੀ ਹੈ। ਉਹ ਇੱਕ ਬਹੁਤ ਵੱਡੀ ਰਾਹਤ ਹੈ। ਔਰ ਤੀਸਰੀ ਚੀਜ਼, ਜਿੱਦਾਂ ਮਾਨ ਸਾਹਿਬ ਨੇ ਬੜੇ ਹੀ ਲਾਜਵਾਬ ਅੰਦਾਜ਼ ਦੇ ਵਿੱਚ ਦੱਸਿਆ, ਬੜੀ ਖੁਸ਼ੀ ਹੋਈ ਉਹਨਾਂ ਦੀ ਵਰਡਿੰਗ ਸੁਣ ਕੇ, ਕਿ ਜਿੱਦਾਂ ਹਵਾਈ ਜਹਾਜ਼ ਤੇ ਵੋਟਾਂ ਕਲੇਮ ਕਰ ਜਾਂਦੇ ਹੁੰਦੇ ਸੀ। ਮੈਂ ਨਾ ਸੁਰਿੰਦਰ ਜੀ ਗੁਜਰਾਤ ਦੇ ਇਲੈਕਸ਼ਨ 'ਚ ਗਿਆ ਸੀ ਤੇ ਉੱਥੇ ਤੁਸੀਂ ਹੈਰਾਨ ਹੋ ਜਾਓਗੇ, ਮੋਦੀ ਸਾਹਿਬ ਨੂੰ ਦਰਜਨਾਂ ਰੈਲੀਆਂ ਕਰਨੀਆਂ ਪਈਆਂ। ਇੰਨਾ ਡਰ ਸੀਗਾ ਆਮ ਆਦਮੀ ਪਾਰਟੀ ਦੇ ਕਾਰਨ ਲੋਕ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਲੋਕਾਂ ਦੇ ਮੁੱਦੇ ਹੁਣ ਇਹਨਾਂ ਪਾਰਟੀਆਂ ਨੂੰ ਵੀ ਚੱਕਣੇ ਪੈ ਰਹੇ ਆ, ਔਰ ਇਹ ਤਾਂ ਸਾਡਾ ਗਰੰਟੀਆਂ ਵਰਡ ਵੀ ਚੋਰੀ ਕਰਕੇ ਯੂਜ਼ ਕਰਨ ਲੱਗ ਗਏ। ਪਰ ਪਾਜੀ ਸਾਹਿਬ ਉਹ ਰੈਲੀ ਦਾ ਫਰਕ ਪਿਆ, ਤੁਸੀਂ ਦੇਖੋ ਗੁਜਰਾਤ 'ਚ ਤਾਂ ਉਹਨਾਂ ਨੇ ਪਹਿਲਾਂ ਨਾਲੋਂ ਵੱਧ ਸਗੋਂ ਪਰਫਾਰਮੈਂਸ ਦਿਖਾ ਦਿੱਤੀ ਹੈ। ਦੇਖੋ ਗੁਜਰਾਤ ਦੇ ਵਿੱਚ ਇੱਕ ਪੋਲਰਾਈਜੇਸ਼ਨ ਇਸ ਹਿਸਾਬ ਨਾਲ ਹੋ ਰੱਖੀ ਹੈ, ਮੈਂ ਉੱਥੇ ਮੌਕਾ ਦੇਖ ਕੇ ਆਇਆ, ਕਿ ਲੋਕ ਕਾਂਗਰਸ ਨੂੰ ਪਸੰਦ ਨਹੀਂ ਸੀ ਕਰ ਰਹੇ। ਕਾਂਗਰਸ ਲਗਾਤਾਰ ਉੱਥੇ 27 ਸਾਲ ਤੋਂ ਹਾਰਦੀ ਚਲੀ ਆ ਰਹੀ, ਔਰ ਇਸ ਵਾਰ ਇਸ ਤੋਂ ਵੀ ਬੁਰੀ ਹਾਲਤ ਸੀ। ਲੇਕਿਨ ਆਮ ਆਦਮੀ ਪਾਰਟੀ ਪਹਿਲਾ ਇਲੈਕਸ਼ਨ ਲੜ ਰਹੀ ਹੈ ਔਰ 13% ਤੋਂ ਉੱਪਰ ਵੋਟ ਸ਼ੇਅਰ ਲੈ ਗਈ। ਉਹ ਚੀਜ਼ ਨੇ ਦਰਸਾਇਆ ਕਿ ਲੋਕਾਂ ਨੇ ਪਹਿਲੇ ਵਾਰੀ ਦੇ ਵਿੱਚ ਵੀ ਕਾਫੀ ਲੋਕਾਂ ਨੇ ਵਿਸ਼ਵਾਸ ਜਤਾਇਆ। ਔਰ ਤੁਸੀਂ ਇੱਕ ਚੀਜ਼ ਦੇਖੋਗੇ, ਹੁਣ ਗੁਜਰਾਤ ਦੀ ਰਾਜਨੀਤੀ ਵੀ ਨਾ ਵਿਕਾਸ ਦੀ ਰਾਜਨੀਤੀ ਤੇ ਚੱਲੇਗੀ। ਗੁਜਰਾਤ ਦੇ ਵਿੱਚ ਵੀ ਲੋਕਾਂ ਦੀ ਸਿਹਤ ਸੁਵਿਧਾਵਾਂ ਦੀ, ਐਜੂਕੇਸ਼ਨ ਦੀ, ਟਰਾਂਸਪੋਰਟ ਦੀ, ਲੋਕਾਂ ਦੇ ਨਾਲ ਜੁੜੇ ਰੁਜ਼ਗਾਰ ਦੀ, ਇਹਨਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਔਰ ਇਹ ਸਭ ਤੋਂ ਵੱਡੀ ਦੇਣ ਅੱਜ ਆਮ ਆਦਮੀ ਪਾਰਟੀ ਦੀ ਤੁਹਾਨੂੰ ਮੰਨਣਾ ਪਏਗਾ। ਅਦਰਵਾਈਜ਼ ਤਾਂ ਕਾਂਗਰਸ ਆਪਣੀ ਰਾਜਨੀਤੀ ਖੇਲਦੀ ਸੀ, ਜੱਦੀ ਪੁਸ਼ਤੀ, ਤੇ ਬੀਜੇਪੀ ਆਪਣੀ ਧਰਮ ਦੀ ਰਾਜਨੀਤੀ। ਲੋਕਾਂ ਦੀ ਗੱਲ ਕਰਨਾ, ਜਿਹੜਾ ਲੋਕਾਂ ਦੇ ਅਸਲੀ ਮੁੱਦੇ ਸੀ, ਰੋਜ਼ਗਾਰ ਦੀ ਸਮੱਸਿਆ, ਜੋ ਬੇਰੁਜ਼ਗਾਰੀ ਦੀ ਸਮੱਸਿਆ, ਰੋਜ਼ਗਾਰ ਦੇਣ ਦੀ ਗੱਲ, ਉਹ ਇਹ ਸਰਕਾਰਾਂ ਨਹੀਂ ਸੀ ਕਰਦੀਆਂ, ਝੂਠੇ ਜੁਮਲੇ ਹੁੰਦੇ ਸੀ। ਔਰ ਇਹਨਾਂ ਨੇ ਆਪਸ 'ਚ ਜਿੱਦਾਂ ਕਹਿੰਦੇ ਨੇ ਕਿ ਰਲਿਆ ਮਿਲਿਆ ਨਿਜ਼ਾਮ ਸੀ। ਔਰ ਇਸੇ ਨੂੰ ਦੇਖਦੇ ਹੋਏ ਅੱਜ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਉਦੈ ਹੋਇਆ ਹਿੰਦੁਸਤਾਨ ਦੇ ਵਿੱਚ, ਉਹਦੇ ਨਾਲ ਇਹਨਾਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਦੀ ਗੱਲ ਕਰਨੀ ਪੈ ਰਹੀ ਹੈ। ਔਰ ਤੁਸੀਂ ਇੱਕ ਚੀਜ਼ ਦੇਖੋ, ਕਿਸੇ ਵੀ ਡਿਬੇਟ 'ਚ ਤੁਸੀਂ ਚੈੱਕ ਕਰ ਲਿਓ, ਚਾਹੇ ਮੁੱਦਾ ਪੰਜਾਬ ਦੇ ਹਿੱਤ ਦਾ ਹੋਵੇ, ਚਾਹੇ ਮੁੱਦਾ ਦੇਸ਼ ਦੇ ਹਿੱਤ ਦਾ ਹੋਵੇ, ਤਿੰਨੋਂ ਰਵਾਇਤੀ ਮੇਨ ਪਾਰਟੀਆਂ ਜੋ ਪੰਜਾਬ ਦੇ ਵਿੱਚ ਹੈ, ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਦੁਸ਼ਪ੍ਰਚਾਰ ਜ਼ਰੂਰ ਕਰਨੀਆਂ। ਇਹ ਚੀਜ਼ ਦੱਸ ਰਹੀਆਂ ਕਿ ਤਿੰਨਾਂ ਨੂੰ ਅਲਰਟਨੈਸ ਹੋ ਚੁੱਕੀ ਹੈ ਕਿ ਇਹਨਾਂ ਨੂੰ ਵੀ ਅੱਜ ਨਹੀਂ ਤਾਂ ਕੱਲ ਲੋਕਾਂ ਦੀ ਗੱਲ ਚੱਕਣੀ ਪੈਣੀ ਹੈ। ਅਦਰਵਾਈਜ਼ ਆਮ ਆਦਮੀ ਪਾਰਟੀ ਡੰਕੇ ਦੀ ਚੋਟ ਤੇ ਲੋਕਾਂ ਦੀ ਬਿਹਤਰੀ ਦੀ ਗੱਲ ਕਰਦੀ ਰਹੇ। ਜੀ ਸੁਰਿੰਦਰ ਜੀ। ਬਿਲਕੁਲ। ਪਰ ਪਾਸੀ ਜੀ, ਜਿਸ ਤਰੀਕੇ ਨਾਲ ਟਵੀਟ ਖਰੀਦਣ ਜਾ ਰਹੀ ਹੈ ਜਾਂ ਖਰੀਦ ਲਈ ਹੈ, ਇਹਨੂੰ ਕਿਵੇਂ ਦੇਖਦੇ ਹੋ? ਕਿ ਵਾਕਈ ਕਿਉਂਕਿ ਹਾਲੇ ਬਿੱਡ ਪੈਣੀ ਹੈ, ਖਰੀਦਣ ਜਾ ਰਹੀ, ਮੰਨ ਲਿਆ ਜਾਏ ਕਿ ਮਤਲਬ ਸਾਰਾ ਕੁਝ ਫਾਈਨਲ ਹੋ ਚੁੱਕਿਆ ਹੈ? ਨਹੀਂ, ਉਹਨਾਂ ਨੇ ਕਿਹਾ ਖਰੀਦਣ ਜਾ ਰਹੀ ਹੈ। ਦੇਖੋ, ਮੈਂ ਕਿਸੇ ਚੀਜ਼ ਦੀ ਬਿੱਡ ਦੇਣਾ ਤਾਂ ਮੇਰਾ ਵਿਚਾਰ ਕਿਆ ਹੁੰਦਾ ਕਿ ਮੈਂ ਇਹ ਚੀਜ਼ ਖਰੀਦਣੀ ਹੈ ਜੀ, ਮੈਂ ਇਸ ਲਈ ਬਿੱਡ ਦੇ ਰਿਹਾ। ਉਹੀ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਖਰੀਦਣ ਜਾ ਰਹੇ ਹਾਂ, ਅਸੀਂ ਬਿੱਡ ਦੇਵਾਂਗੇ। ਬਿੱਡ ਦੇਣ ਜਾਣ ਦਾ ਮਤਲਬ ਇਹ ਹੈ ਕਿ ਅਸੀਂ ਇੰਟਰਸਟਡ ਹੈ ਇਹਨੂੰ ਪਰਚੇਸ ਕਰਨ ਦੇ ਵਿੱਚ। ਔਰ ਤੁਸੀਂ ਇੱਕ ਚੀਜ਼ ਹੋਰ, ਮੈਂ ਸੁਰਿੰਦਰ ਜੀ ਬੜੀ ਹਾਸੋ ਹੀ ਨਹੀਂ ਦੱਸਦਾ ਗੱਲ, ਇੱਕ ਡਿਬੇਟ ਦੇ ਵਿੱਚ ਮੈਨੂੰ ਕਾਂਗਰਸ ਦੇ ਬੁਲਾਰੇ ਔਰ ਬੀਜੇਪੀ ਦੇ ਬੁਲਾਰੇ ਕਹਿੰਦੇ ਜੀ ਤੁਸੀਂ ਦੱਸੋ ਕਿੰਨੀ ਬਿੱਡ ਦਓਗੇ। ਮੈਂ ਕਿਹਾ ਕਿਉਂ, ਅਡਾਨੀ ਨੂੰ ਦੱਸਣੀ ਹੈ ਜਾ ਕੇ, ਤਾਂ ਕਿ ਉਹ 1 ਰੁਪਇਆ ਘੱਟ ਬਿੱਡ ਦੇ ਦੇ। ਮਤਲਬ ਸਮਝਣ ਦੀ ਲੋੜ ਹੈ। ਰਾਜਸਥਾਨ ਸਰਕਾਰ ਨੇ ਪੈਕ ਕੀਤਾ ਇਲੈਕਟ੍ਰਿਸਿਟੀ ਦਾ, ਕਿਹਦੇ ਨਾਲ ਕੀਤਾ? ਅਡਾਨੀ ਦੇ ਨਾਲ।
ਝਾਰਖੰਡ ਨੇ ਕੋयले ਦੀ ਖਾਨ ਕਿਹਨੂੰ ਦਿੱਤੀ? ਅਡਾਨੀ। ਅਸੀਂ ਪਹਿਲੀ ਸਰਕਾਰ ਹੈ ਜਿਹੜੇ ਕਹਿ ਰਹੇ ਹਾਂ ਕਿ ਅਸੀਂ ਇਹ ਅਦਾਰੇ ਖਰੀਦ ਕੇ ਸਰਕਾਰ ਚਲਾਏਗੀ। ਅਗਰ ਸਰਕਾਰ ਚਲਾਏਗੀ ਤਾਂ ਉੱਥੇ ਰੁਜ਼ਗਾਰ ਸਿਰਜਣ ਵੀ ਹੋਏਗਾ, ਪ੍ਰਾਈਵੇਟ ਕੰਟਰੈਕਟਰਸ ਦਾ ਸਾਰਾ ਕੁਝ ਨਹੀਂ ਹੋਏਗਾ ਕੰਟਰੋਲ। ਅਗਰ ਸਰਕਾਰ ਚਲਾਏਗੀ ਤਾਂ ਸਰਕਾਰ ਨੂੰ ਪਤਾ ਹੋਏਗਾ ਸਾਨੂੰ ਕਿਸ ਰੇਟ ਤੇ ਬਿਜਲੀ ਐਕਚੁਅਲ ਦੇ ਵਿੱਚ ਪੈਂਦੀ ਹੈ ਔਰ ਕਿਸ ਰੇਟ ਤੇ ਲੋਕਾਂ ਕੋਲੇ ਜਾਂਦੀ ਹੈ। ਅਦਰਵਾਈਜ਼ ਤਾਂ ਮਹਿੰਗੇ ਮਹਿੰਗੇ ਸੌਦੇ ਕੀਤੇ ਹੋਏ ਸੀ, ਕੰਟਰੈਕਟ ਕੀਤੇ ਹੋਏ ਸੀ, 8 ਰੁਪਏ 7.5 ਰੁਪਏ 7 ਰੁਪਏ ਇਦਾਂ ਦਾ ਰੇਟ ਸੀਗੇ ਕਿਤੇ। ਤੇ ਉਹ ਚੀਜ਼ਾਂ ਨੂੰ ਵੀ ਫਰਕ ਪਏਗਾ। ਅਗਰ ਗੋਇੰਦਵਾਲ ਵਾਲਾ ਸਾਡਾ ਅਗਰ ਸਾਨੂੰ ਬਿੱਡ ਮਿਲ ਜਾਂਦੀ ਹੈ ਔਰ ਸਾਡਾ ਇਹ ਸਫਲ ਹੋ ਜਾਂਦਾ ਤਾਂ ਤੁਸੀਂ ਖੁਦ ਦੇਖੋਗੇ ਸੁਰਿੰਦਰ ਜੀ, ਤੁਸੀਂ ਵੀ ਕਹੋਗੇ ਮੈਂ ਵੀ ਕਹੂੰਗਾ ਕਿ ਬਹੁਤ ਬਿਹਤਰੀਨ ਕਦਮ ਹੈ। ਬਿਲਕੁਲ। ਤੇ ਉਧਰ ਪਰਲ ਗਰੁੱਪ ਵਾਲੇ ਪਾਸੇ ਜੇ ਚਲੀਏ ਤਾਂ ਕਹਿੰਦੇ ਕਿ ਪਰਲ ਗਰੁੱਪ ਜਿਨੇ ਹਜ਼ਾਰਾਂ ਕਰੋੜਾਂ ਦਾ ਘੁਟਾਲਾ ਕੀਤਾ, ਕਹਿੰਦੇ ਉਹਨਾਂ ਦੇ ਵਾਸਤੇ ਵੀ ਬੜੀ ਸੰਜੀਦਗੀ ਨਾਲ ਹੁਣ ਕੰਮ ਹੋ ਰਿਹਾ ਹੈ। ਮਾਨ ਸਰਕਾਰ ਹੀ ਕਹਿੰਦੇ ਵੀ ਉੱਥੇ ਅਸੀਂ ਸਾਰੀ ਪ੍ਰਾਪਰਟੀ ਉਹਨਾਂ ਦੀ ਕੁਰਕ ਕਰਕੇ ਨਿਲਾਮੀ ਕਰਨ ਤੋਂ ਬਾਅਦ ਜਿਹੜੇ ਪੈਸੇ ਲੋਕਾਂ ਨਾਲ ਜਿਹੜੇ ਉਹਨਾਂ ਨੇ ਠੱਗੇ ਹੋਏ ਨੇ ਕਿ ਪੀੜਤ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਉਹਨਾਂ ਨੂੰ ਦੇ ਦਿੱਤੇ ਜਾਣਗੇ। ਕਿਵੇਂ ਦੇਖਦੇ ਹੋ? ਕਿਉਂਕਿ ਇਹ ਪਰਲ ਗਰੁੱਪ ਕੋਈ ਇਹ ਨਹੀਂ ਕਿ ਆ 2 ਸਾਲ ਪਹਿਲਾਂ ਹੀ ਹੋਇਆ, ਇਹ ਕਾਫੀ ਦੇਰ ਤੋਂ ਇਹ ਮੁੱਦਾ ਚੱਲਿਆ ਆ ਰਿਹਾ। ਤੁਹਾਨੂੰ ਧਿਆਨ ਹੋਣਾ ਕਾਂਗਰਸ ਦੇ ਟਾਈਮ ਤੇ ਵੀ, ਅਕਾਲੀ ਦੇ ਟਾਈਮ ਤੇ ਇਹ ਸ਼ੁਰੂਆਤ ਹੋਈ ਸੀ, ਉਹਨਾਂ ਦੀ ਸਰਕਾਰ ਸੀ, ਫਿਰ ਲੱਗਿਆ ਸ਼ਾਇਦ ਕਾਂਗਰਸ ਇਸ ਤੇ ਕੁਝ ਕਰੇਗੀ ਤੇ ਹੁਣ ਭਗਵੰਤ ਮਾਨ ਸਰਕਾਰ ਕੀ ਕਰਨ ਜਾ ਰਹੀ ਹੈ ਇਸ ਤੇ? ਸੁਰਿੰਦਰ ਜੀ, ਤਕਰੀਬਨ 45,000 ਤੋਂ 60,000 ਕਰੋੜ ਦੇ ਵਿੱਚ ਦਾ ਦੱਸਿਆ ਜਾਂਦਾ ਹੈ ਅੰਕੜਾ, ਜਿਹੜਾ ਲੋਕਾਂ ਦਾ ਪੈਸਾ ਫਸਿਆ ਪਰਲ ਗਰੁੱਪ ਦੇ ਵਿੱਚ। ਲੋਕਾਂ ਦੇ ਪੈਸੇ ਨਾਲ ਜ਼ਮੀਨਾਂ ਖਰੀਦੀਆਂ ਗਈਆਂ ਔਰ ਲੋਕਾਂ ਨੂੰ ਬੈਨੀਫਿਟ ਨਹੀਂ ਮਿਲਿਆ। ਬਹੁਤ ਸੇ ਪਰਿਵਾਰ ਐਸੇ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ, ਰੁਜ਼ਗਾਰ ਲਈ, ਵਪਾਰ ਦੇ ਲਈ ਪੈਸਾ ਜੋੜਿਆ, ਬੱਚਿਆਂ ਦੀ ਵਿਆਹ ਦੇ ਲਈ ਪੈਸਾ ਜੋੜਿਆ, ਉਹਨਾਂ ਨੂੰ ਸਬਜ਼ ਬਾਗ ਦਿਖਾਏ ਗਏ ਕਈਆਂ ਵੱਲੋਂ, ਉੱਥੇ ਪੈਸਾ ਇਨਵੈਸਟਮੈਂਟ ਹੋਇਆ ਔਰ ਉਹ ਪੈਸਾ ਉਹਨਾਂ ਨੂੰ ਵਾਪਸ ਨਹੀਂ ਗਿਆ। ਪ੍ਰੋਪਰਟੀਜ਼ ਪਰਲ ਗਰੁੱਪ ਦੀਆਂ ਆ ਗਈਆਂ ਤੇ ਪਹਿਲਾਂ ਕਿਹਾ ਜਾਂਦਾ ਸੀ 12,000 ਕਰੋੜ, ਫਿਰ 20 ਦੀ ਗੱਲ ਆਈ, ਫਿਰ 45,000 ਕਰੋੜ ਦੀ ਗੱਲ ਆਈ। ਹੁਣ ਇੱਕ ਖਬਰ ਪੜ੍ਹ ਰਿਹਾ ਸੀ, ਮੈਂ ਨਹੀਂ ਇਸ ਤੇ ਕਨਫਰਮ ਕਰਦਾ, ਪਰ 60,000 ਕਰੋੜ ਤੱਕ ਦਾ ਵੀ ਗੱਲ ਹੋ ਰਹੀ ਹੈ। ਸੋ ਇਹ ਕਿੰਨਾ ਜ਼ਿਆਦਾ ਸਾਡੇ ਪੰਜਾਬੀ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਫਸਿਆ ਪਰਲ ਗਰੁੱਪ ਦੇ ਵਿੱਚ। ਪਿਛਲੀਆਂ ਸਰਕਾਰਾਂ ਨੇ ਪਤਾ ਨਹੀਂ ਕੀ ਰੀਜ਼ਨ ਸੀ, ਕੀ ਇਹਨਾਂ ਨੂੰ ਜਿਹੜਾ ਹੈ ਸੁਪਨੇ ਮਿਲਦੇ ਸੀਗੇ, ਇਹਨਾਂ ਦੇ ਆਪਣੇ ਸੁਪਨੇ ਸੀ ਕਿ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ, ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਦੀ ਬਿਹਤਰੀ ਵਾਲੀ ਸਰਕਾਰ ਹੈ, ਤਾਂ ਬਿਲਕੁਲ ਸਹੀ ਡਿਸੀਜਨ ਲਿਆ ਸਾਡੀ ਸਰਕਾਰ ਨੇ ਕਿ ਇਹਨਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ। ਕਿਉਂਕਿ ਉਹ ਲੋਕ ਨਾ, ਕਈਆਂ ਦੇ ਸਰ ਹਾਲਤ ਇਹ ਹੋ ਗਈ ਸੀਗੀ ਕਿ ਉਹਨਾਂ ਲੋਕਾਂ ਦੇ ਘਰੇ ਰੋਟੀ ਨਹੀਂ ਸੀ ਪੱਕ ਰਹੀ ਇਸ ਦੁੱਖ ਦੇ ਨਾਲ ਕਿ ਸਾਡਾ ਪੈਸਾ ਸਾਰਾ ਡੁੱਬ ਗਿਆ ਜਾਂ ਫਸ ਗਿਆ। ਪਰ ਹੁਣ ਲੋਕਾਂ ਨੂੰ ਜਦੋਂ ਸਰਕਾਰ ਨੇ ਇੱਕ ਟੀਚਾ ਠਾਣ ਲਿਆ ਕਿ ਅਸੀਂ ਪੈਸੇ ਵਾਪਸ ਕਰਾਂਗੇ, ਤਾਂ ਇਹਦਾ ਮਤਲਬ ਕਲੀਅਰ ਨਜ਼ਰ ਆ ਰਿਹਾ ਕਿ ਲੋਕਾਂ ਨੂੰ ਫੇਰ ਆਸ ਜੱਗੀ ਹੈ। ਦੇਖੋ, ਅਸੀਂ ਲੋਕਾਂ ਦਾ ਪਹਿਲਾ ਹੋਇਆ ਜਿਹੜਾ ਨੁਕਸਾਨ, ਅਗਰ ਉਹਨਾਂ ਨੂੰ ਉਸ ਟਾਈਮ 'ਚ ਸਰਕਾਰਾਂ ਕਾਂਗਰਸ ਦੀਆਂ ਜਾਂ ਅਕਾਲੀ ਬੀਜੇਪੀਆਂ ਦੀਆਂ ਪੈਸੇ ਦਵਾ ਦਿੰਦੀਆਂ ਤਾਂ ਉਹਨਾਂ ਨੂੰ ਹੋਰ ਬਿਹਤਰੀਨ ਹੋਣੀ ਸੀਗੀ। ਉਹ ਸਮਾਂ ਤਾਂ ਵਾਪਸ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ, ਪਰ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ, ਹੱਥ ਵਿੱਚ ਹੈ, ਉਹ ਤਾਂ ਲੋਕਾਂ ਦੇ ਹੱਕ ਵਿੱਚ ਕਰ ਸਕਦੀ ਹੈ ਔਰ ਉਹ ਮਾਨ ਸਾਹਿਬ ਦੀ ਸਰਕਾਰ ਕਰਨ ਜਾ ਰਹੀ ਹੈ। ਇੱਕ ਪਾਸੇ ਜੀ ਅਕਸਰ ਇਹ ਕਿਹਾ ਜਾਂਦਾ, ਤੁਹਾਨੂੰ ਇਹ ਧਿਆਨ ਹੋਣਾ ਹੈ ਕਿ ਮਾਨ ਸਾਹਿਬ ਹਮੇਸ਼ਾ ਕਹਿੰਦੇ ਸੀ ਵੀ ਪੰਜਾਬ ਨੂੰ ਇੰਨੇ ਕੁ ਧਰਨੇ ਲੱਗਦੇ ਨੇ, ਧਰਨੇ ਵਾਲਾ ਪੰਜਾਬ ਹੀ ਬਣਾ ਦਿਓ, ਇੱਕ ਧਰਨਾ ਮਹਿਕਮਾ ਬਣਾ ਦਿਓ। ਇਹ ਮਾਨ ਸਾਹਿਬ ਦੀ ਸ਼ਬਦ ਸੀਗੇ, ਤੁਹਾਨੂੰ ਯਾਦ ਹੋਣਾ ਕਿ ਧਰਨਾ ਮਹਿਕਮਾ ਹੋਣਾ ਚਾਹੀਦਾ ਇੱਕ, ਕਿ ਜਿਹੜਾ ਡੀਲ ਕਰੇ। ਪਰ ਇਸ ਸਰਕਾਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਧਰਨੇ ਵੀ ਲੱਗ ਰਹੇ ਨੇ। ਉਦੋਂ ਕਿਹਾ ਜਾਂਦਾ ਸੀ ਕਿ ਹਾਂ, ਕਿ ਕਿਸੇ ਅੰਦੋਲਨ ਕੋਈ ਧਰਨਾ ਕਰਨ ਆਉਂਦੇ ਨੇ, ਉਹਨਾਂ ਦੇ ਘੱਟ ਤੋਂ ਘੱਟ ਪਾਣੀ ਦੀਆਂ ਬੁਛਾਰਾਂ, ਲਾਠੀ ਚਾਰਜ ਨਹੀਂ ਹੋਣਾ ਚਾਹੀਦਾ। ਇਸ ਸਰਕਾਰ 'ਚ ਵੀ ਇਸੇ ਤਰੀਕੇ ਨਾਲ ਹੋ ਰਿਹਾ। ਤਾਂ ਉਹ ਬਦਲਾਵ ਉਹਨਾਂ ਵਾਸਤੇ ਕੀ ਅੱਜ ਵੀ ਇਸੇ ਤਰੀਕੇ ਨਾਲ ਹੋਇਆ। ਮੌਲੀ ਜਦੋਂ ਇੱਕ ਉਹਨਾਂ ਦੀ ਘਰ ਵਾਲੇ ਪਾਸੇ ਜਾ ਰਹੇ ਸੀ, ਕੂਚ ਕਰ ਰਹੇ ਸੀ, ਕੁਛ ਅਧਿਆਪਕ ਸੀਗੇ, ਉਹ ਵਿਰੋਧ ਕਰਦੇ ਨੇ, ਉੱਥੇ ਉਹਨਾਂ ਦੇ ਲਾਠੀ ਚਾਰਜ ਵੀ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ। ਇਹੀ ਸਾਰੀਆਂ ਤਸਵੀਰਾਂ ਅਸੀਂ ਉਦੋਂ ਵੀ ਕਰਦੇ ਸੀ ਜਦੋਂ ਕਾਂਗਰਸ ਸਰਕਾਰ ਸੀ, ਇਹੀ ਸਾਰੀਆਂ ਤਸਵੀਰਾਂ ਸਾਨੂੰ ਉਦੋਂ ਵੀ ਮਿਲਦੀਆਂ ਸੀ ਜਦੋਂ ਅਕਾਲੀ ਦਲ ਸਰਕਾਰ ਸੀ। ਪਰ ਜਦੋਂ ਮਾਨ ਸਾਹਿਬ ਇਹੋ ਜਿਹੀਆਂ ਗੱਲਾਂ ਕਰਦੇ ਸੀ, ਇਹਨਾਂ ਨੂੰ ਵੀ ਆਸ ਸੀਗੀ, ਲੱਗਦਾ ਸੀ ਵੀ ਸ਼ਾਇਦ ਕੋਈ ਇਹਨਾਂ ਦੇ ਕੋਲ ਕੋਈ ਇਹੋ ਜਿਹਾ ਢੰਗ ਹੋਏਗਾ ਕਿ ਇਹ ਜਿਹੜੇ ਪ੍ਰਦਰਸ਼ਨਕਾਰੀ ਹੈ ਇਹਨਾਂ ਨੂੰ ਸ਼ਾਇਦ ਹਲੀਮੀ ਨਾਲ ਇਹਨਾਂ ਨਾਲ ਪੇਸ਼ ਕੀਤਾ ਜਾਏਗਾ ਕਿ ਘੱਟ ਤੋਂ ਘੱਟ ਲਾਠੀ ਚਾਰਜ ਇਹੋ ਜਿਹੀਆਂ ਚੀਜ਼ਾਂ ਤਾਂ ਨਹੀਂ ਹੋਣਗੀਆਂ। ਸੁਰਿੰਦਰ ਜੀ, ਮਾਨ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਹੈ ਸਾਡੀ ਸਰਕਾਰ ਦੀਆਂ ਕਿ ਕਿਤੇ ਵੀ ਜਿਹੜਾ ਜ਼ੋਰ ਅਜਮਾਇਸ਼ ਨਾ ਕੀਤੀ ਜਾਏ, ਪਿਆਰ ਦੇ ਨਾਲ, ਹਲੀਮੀ ਦੇ ਨਾਲ ਨਜਿੱਠਿਆ ਜਾਏ ਹਾਲਾਤ ਨੂੰ। ਹੋ ਸਕਦਾ ਉੱਥੇ ਮੌਕੇ ਤੇ ਕੀ ਹਾਲਾਤ ਹੋਇਆ ਉਹਦੀ ਸਾਰੀ ਤੁਸੀਂ ਦੇਖਿਆ ਹੋਣਾ, ਨਾਲ ਦੀ ਨਾਲ ਅਗਰ ਕਿਤੇ ਕੋਈ ਅਗਰੈਸਿਵ ਐਕਟ ਹੋਇਆ ਤਾਂ ਇਨਕੁਆਇਰੀ ਹੋਈ।
ਹੁਣ ਦੂਜਾ ਫਰਕ ਦੱਸਦਾ, ਧਰਨੇ ਜਦੋਂ ਲੱਗਦੇ ਹੁੰਦੇ ਸੀ, ਕੱਚੇ ਮੁਲਾਜ਼ਮ ਪੱਕੇ ਵਾਸਤੇ ਡਿਮਾਂਡ ਕਰਦੇ ਸੀ, ਪਿਛਲੀਆਂ ਸਰਕਾਰਾਂ 'ਚ ਉਹਨਾਂ ਦੀ ਉਮਰਾਂ 40-40 ਸਾਲ ਕ੍ਰੋਸ ਕਰ ਗਈਆਂ। ਹੁਣ ਸਾਡੀ ਸਰਕਾਰ ਜਦੋਂ ਆਈ ਹੈ, ਸਭ ਨੂੰ ਪਤਾ ਹੈ ਖਜ਼ਾਨੇ ਦੀ ਕੀ ਹਾਲ ਸੀ, ਫਿਰ ਵੀ 1 ਸਾਲ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਦਿੱਤਾ। ਉਸ ਤੋਂ ਇਲਾਵਾ ਵੀ 14,000 ਤੋਂ ਉੱਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਔਰ 10 ਸਾਲ ਦੀ ਛੋਟ ਦਾ ਵੀ ਪ੍ਰਾਵਧਾਨ ਕੀਤਾ। ਇਹ ਕੀ ਹੈ? ਇਹੀ ਚੀਜ਼ ਨਾ ਕਿ ਉਹਨਾਂ ਧਰਨਿਆਂ ਦਾ ਦਰਦ ਸਾਡੇ ਮਨਾਂ 'ਚ ਵੀ ਹੈ, ਉਹਨਾਂ ਕੱਚੇ ਮੁਲਾਜ਼ਮਾਂ ਦਾ ਦਰਦ ਸਾਡੇ ਮਨਾਂ 'ਚ ਵੀ ਹੈ, ਮਾਨ ਸਾਹਿਬ ਦੇ ਮਨ 'ਚ ਵੀ ਹੈ, ਇਸੇ ਲਈ ਇਹ ਫੈਸਲਾ ਲਿਆ। ਦੂਸਰਾ, ਬੇਰੁਜ਼ਗਾਰੀ ਦੇ ਉੱਤੇ ਬੇਰੁਜ਼ਗਾਰ ਧਰਨਾ ਲਾਉਂਦੇ ਹੁੰਦੇ ਸੀ, 29,000 ਤੋਂ ਵੱਧ ਨੌਕਰੀਆਂ 1 ਸਾਲ ਸਵਾ ਸਾਲ ਦੇ ਵਿੱਚ ਦੇਤੀਆਂ। ਇਹ ਵੀ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਸਰਕਾਰ ਜੋ ਕਹਿੰਦੀ ਸੀ ਉਸ ਟਾਈਮ ਉਹਦੇ ਉੱਤੇ ਖਰੀ ਉਤਰ ਰਹੀ ਹੈ। ਲੇਕਿਨ ਅਗਰ ਤੁਸੀਂ ਕਹੋਗੇ ਕਿ 1 ਸਾਲ ਦੇ ਵਿੱਚ ਹੀ ਸਾਰਾ ਜਿਹੜਾ ਬੇਰੁਜ਼ਗਾਰੀ ਪੰਜਾਬ ਦੀ ਖਤਮ ਹੋ ਜਾਏਗੀ, ਇਹ ਪੋਸੀਬਲ ਹੀ ਨਹੀਂ ਹੈ। ਕੋਸ਼ਿਸ਼ ਜਾਰੀ ਹੈ ਔਰ 1 ਸਾਲ ਦੇ ਵਿੱਚ ਬਹੁਤ ਅੱਛੇ ਰਿਜ਼ਲਟ ਆਏ ਹੈ। ਤੀਸਰਾ, ਕਿਸਾਨਾਂ ਦਾ ਧਰਨਾ ਹੁੰਦਾ ਸੀ, ਤੁਸੀਂ ਦੇਖੋ ਕਿ ਪਹਿਲੀ ਸਰਕਾਰ ਹੈ ਪੰਜਾਬ ਦੀ ਜਿਹਨੇ 20 ਦਿਨਾਂ ਦੇ ਵਿੱਚ ਜਿਹੜਾ ਖਰਾਬੇ ਦਾ ਪੈਸਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ। ਨਾ ਸਿਰਫ ਖਰਾਬੇ ਦਾ ਪੈਸਾ ਪਾਇਆ, ਇਸ ਤੋਂ ਇਲਾਵਾ ਜਿਹੜਾ ਲੋਕਾਂ ਨੇ ਜਿਹੜਾ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਕਟੌਤੀ ਦੀ ਗੱਲ ਕੀਤੀ ਸੀ, ਉਹ ਵੀ ਇਸ ਸਰਕਾਰ ਨੇ ਦਿੱਤੀ। ਸੋ ਕਿਸਾਨਾਂ ਨੂੰ ਵੀ ਸਮਝ ਆਈ। ਜਿਹੜੇ ਦੇਖੋ ਨਹੀਂ ਪਾਸੀ ਸਾਹਿਬ, ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਤੁਸੀਂ ਦੇਖੋ ਵੀ ਪਰ ਜਿਹੜਾ ਧਰਨਾ YPS ਚੌਂਕ ਤੇ ਲੱਗਿਆ ਹੋਇਆ ਹੈ, ਤੁਸੀਂ ਦੇਖੋਗੇ ਉਹ ਕੌਮੀ ਇਨਸਾਫ ਮੋਰਚਾ ਉਸੇ ਤਰੀਕੇ ਨਾਲ ਹੀ ਬੈਠੇ ਹੋਏ ਨੇ, ਉਹ ਕਿਸਾਨ ਤਾਂ ਅੱਜ ਵੀ ਉਸੇ ਤਰੀਕੇ ਨਾਲ ਧਰਨੇ ਤੇ ਬੈਠੇ ਹੋਏ ਨੇ। ਸੁਰਿੰਦਰ ਜੀ, ਇੱਕ ਕਿਸਾਨ ਧਰਨਾ ਦਿੱਲੀ ਲੱਗਿਆ ਸੀ, ਤੁਸੀਂ ਉਹਦੀ ਸਟਰੈਂਥ ਵੀ ਦੇਖੀ ਸੀ। ਇੱਕ ਧਰਨੇ ਅੱਜ ਵੀ ਲੱਗ ਰਹੇ ਆ, ਅਸੀਂ ਉਹਨਾਂ ਦੀ ਸਮੱਸਿਆਵਾਂ ਵੀ ਹੱਲ ਕਰ ਰਹੇ ਹਾਂ। ਪਰ ਮੈਂ ਇੱਕ ਚੀਜ਼ ਹੋਰ ਵੀ ਦੱਸਦਾ, ਮੈਂ ਕਿਸੇ ਪਾਰਟਿਕੂਲਰ ਸੰਸਥਾ ਦਾ ਨਾਮ ਨਹੀਂ ਲੈ ਰਿਹਾ, ਪਰ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਜਿਨ੍ਹਾਂ ਨੂੰ ਜੋ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਰਿਲੇਟਡ ਹੁੰਦੀਆਂ, ਉਹ ਵੀ ਉਕਸਾ ਦਿੰਦੀਆਂ। ਜਦੋਂ ਇੱਕ ਚੀਜ਼ ਹੈ ਕਿ ਇੱਕ ਚੀਜ਼ ਨੂੰ ਬੰਦਾ ਕੋਸ਼ਿਸ਼ ਕਰ ਰਿਹਾ ਹੈ, ਸਰਕਾਰ ਕੋਸ਼ਿਸ਼ ਕਰ ਰਹੀ ਹੈ ਹਰ ਚੀਜ਼ ਨੂੰ ਸਹੀ ਕਰਨ ਦੀ, ਤਾਂ ਸਾਨੂੰ ਵੀ ਠਰਮਣਾ ਚਾਹੀਦਾ, ਸਾਨੂੰ ਵਿਸ਼ਵਾਸ ਕਰਨਾ ਚਾਹੀਦਾ। ਔਰ ਉਦੋਂ ਜ਼ਰੂਰੀ ਵਿਸ਼ਵਾਸ ਕਰਨਾ ਬਣ ਜਾਂਦਾ ਸੁਰਿੰਦਰ ਜੀ, ਜਦੋਂ ਰਿਜ਼ਲਟ ਮਿਲ ਰਹੇ ਹੋਣ। ਜਦੋਂ ਜਿੱਦਾਂ ਹੀ ਸਰਕਾਰ ਕੋਲੇ ਖਜ਼ਾਨੇ 'ਚ ਪੈਸਾ ਆਉਂਦਾ, ਸਰਕਾਰ ਨਾਲ ਦੀ ਨਾਲ ਲੋਕਾਂ ਦੀ ਬਿਹਤਰੀ ਲਈ, ਕਿਸਾਨਾਂ ਦੀ ਬਿਹਤਰੀ ਲਈ, ਸਿਹਤ ਸੁਵਿਧਾਵਾਂ ਦੀ ਬਿਹਤਰੀ ਲਈ, ਬੇਰੁਜ਼ਗਾਰਾਂ ਦੀ ਬਿਹਤਰੀ ਲਈ, ਕੱਚੇ ਮੁਲਾਜ਼ਮਾਂ ਦੀ ਬਿਹਤਰੀ ਲਈ ਯੂਜ਼ ਕਰ ਰਹੀ ਹੋਵੇ, ਉੱਥੇ ਤਾਂ ਫਿਰ ਸਮਾਂ ਸਰਕਾਰ ਨੂੰ ਵੀ ਦੇਣਾ ਚਾਹੀਦਾ। ਹਾਂ, ਤੁਸੀਂ ਧਰਨਾ ਲਾਉਣ ਦੀ ਬਜਾਏ ਤੁਸੀਂ ਰਿਪਰੈਜ਼ੈਂਟੇਸ਼ਨਸ ਦਿਓ, ਵਿਸ਼ਵਾਸ ਕਰੋ, ਕਿਉਂਕਿ 1 ਸਵਾ ਸਾਲ ਦੇ ਵਿੱਚ ਜਿੰਨਾ ਕੰਮ ਹੋਇਆ, ਤੁਸੀਂ ਸੁਰਿੰਦਰ ਜੀ ਡਿਟੇਲ ਕੱਢ ਕੇ ਦੇਖ ਲਓ, ਪਿਛਲੀਆਂ ਸਰਕਾਰਾਂ 5-5 ਸਾਲ 'ਚ ਇੰਨਾ ਕੰਮ ਨਹੀਂ ਕਰਕੇ ਗਈਆਂ। ਅਸੀਂ ਜੀ ਪਾਸੀ ਜੀ ਬਿਲਕੁਲ ਗੱਲ ਵਾਜਬ ਹੈ ਤੁਹਾਡੀ, 29,000 ਨੌਕਰੀਆਂ ਦੇਣਾ ਬਿਲਕੁਲ ਗੱਲ ਵਾਜਬ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਕਰ ਦਿੱਤਾ, ਬਿਲਕੁਲ ਗੱਲ ਵਾਜਬ ਹੈ, ਕੋਈ ਦੋ ਰਾਏ ਨਹੀਂ ਇਸ ਦੇ ਵਿੱਚ, ਬਿਲਕੁਲ ਮੰਨਦੇ ਆ ਵੀ ਹੋਈਆਂ ਚੀਜ਼ਾਂ ਤੇ ਵਾਕਈ ਰਫਤਾਰ ਨਾਲ ਹੋਈਆਂ, ਇਹ ਵੀ ਮੰਨ ਲਿਆ। ਪਰ ਇਹਦਾ ਮਤਲਬ ਕਿ ਜਿਹੜੇ ਅੱਜ ਵੀ ਲੋਕ ਸੜਕਾਂ ਤੇ ਉਤਰ ਜਾਂਦੇ ਨੇ, ਚਾਹੇ ਉਹ ਅਧਿਆਪਕ ਹੋਣ, ਹੁਣ ਉਹਨਾਂ ਦੇ ਸਾਥੀ ਬਹੁਤ ਕੱਚੇ ਪੱਕੇ ਕੀਤੇ ਨੇ, ਇਸੇ ਸਰਕਾਰ ਨੇ ਕੀਤੇ ਨੇ, ਕਿ ਕਿਤੇ ਨਾ ਕਿਤੇ ਮੰਨਿਆ ਜਾਏ ਕਿ ਉਹ ਰਾਬਤਾ ਨਹੀਂ ਹੋ ਪਾ ਰਿਹਾ, ਕਿ ਉਹਨਾਂ ਤੱਕ ਉਹ ਮੈਸੇਜ ਨਹੀਂ ਦੇਣ 'ਚ ਕਾਮਯਾਬ ਹੋ ਪਾ ਰਹੀ ਹੈ ਸਰਕਾਰ ਕਿ ਨਹੀਂ। ਦੇਖੋ ਇਹੋ ਜਿਹਾ ਅਸੀਂ ਕੰਮ ਵੀ ਕਰ ਰਹੇ ਹਾਂ ਵੀ ਤੁਹਾਡਾ ਵੀ ਨੰਬਰ ਆਊਗਾ, ਕਿਤੇ ਨਾ ਕਿਤੇ ਕੁਝ ਗੈਪ ਤਾਂ ਹੈ ਨਾ ਪਾਸੀ ਜੀ, ਜਾਂ ਕੁਝ ਐਕਸਪੈਕਟੇਸ਼ਨਸ ਇੰਨੀਆਂ ਜ਼ਿਆਦਾ ਹੋ ਗਈਆਂ ਉਹ ਲੋਕਾਂ ਦੀਆਂ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਸ਼ਾਇਦ ਆਹ ਸਾਲ ਦੇ ਅੰਦਰ ਹੀ ਸਾਰਾ ਕੁਝ ਹੋਣਾ ਸੀ। ਜਿਹੜੇ 29,000 ਤੁਸੀਂ ਕਹੇ ਹੈ, ਉਹ 29,000 ਨਹੀਂ, ਉਹ 2,90,000 ਹੋਣੇ ਸੀ। ਕਿ ਉਹ ਐਕਸਪੈਕਟੇਸ਼ਨਸ ਦੇ ਚੱਕਰ ਦੇ ਵਿੱਚ ਸਾਰੇ ਸੜਕਾਂ ਤੇ ਨੇ ਕਿ ਰਾਬਤਾ ਨਹੀਂ ਹੋ ਪਾ ਰਿਹਾ, ਕਿਉਂਕਿ ਅਕਸਰ ਇਹੀ ਹੁੰਦਾ ਕਿ ਹਾਂਜੀ ਸ਼ਾਇਦ ਮਾਨ ਸਾਹਿਬ ਨਾਲ ਉਸ ਤਰੀਕੇ ਨਾਲ ਜੇ ਰਾਬਤਾ ਹੋ ਜੇ ਤਾਂ ਸ਼ਾਇਦ 6 ਮਹੀਨੇ ਹੋਰ ਸਾਲ ਉਹ ਉਡੀਕ ਲੈਣ। ਸੁਰਿੰਦਰ ਜੀ, ਇੱਕ ਸਰਕਾਰ ਜਿਹਦੇ ਉੱਤੇ ਪਿਛਲੀਆਂ ਸਰਕਾਰਾਂ 3 ਲੱਖ ਦੇ ਕਰੀਬ ਕਰਜ਼ਾ, 3 ਲੱਖ ਕਰੋੜ ਦੇ ਕਰੀਬ ਕਰਜ਼ਾ ਛੱਡ ਕੇ ਗਏ ਹੋਣ, ਜਿੱਥੇ ਪੂਰੀ ਤਰ੍ਹਾਂ ਚਰਮਰਾਇਆ ਸਿਸਟਮ ਹਵਾਲੇ ਕਰਕੇ ਗਏ ਹੋਣ, ਉਹ ਸਰਕਾਰ 1 ਸਾਲ ਦੇ ਵਿੱਚ 2 ਜਾਂ 3 ਲੱਖ ਨੌਕਰੀਆਂ ਕਿੱਦਾਂ ਅਰੇਂਜ ਕਰਦੀ? ਇਹ ਤਾਂ ਮਾਨ ਸਾਹਿਬ ਦੀ ਸਰਕਾਰ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਇਹਨਾਂ ਨੇ ਚੀਮਾ ਸਾਹਿਬ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਕਿੱਦਾਂ ਮੈਨੇਜ ਕਰਕੇ 29,000 ਨੌਕਰੀਆਂ 1 ਸਾਲ ਦੇ ਵਿੱਚ ਦੇਤੀਆਂ, ਔਰ ਕਿੱਦਾਂ ਜਿਹੜਾ 500 ਤੋਂ ਉੱਪਰ ਮੁਹੱਲਾ ਕਲੀਨਿਕ, 100 ਤੋਂ ਉੱਪਰ ਸਕੂਲ ਆਫ ਐਮੀਨੈਂਸ ਚਾਲੂ ਕਰਦੇ। ਇਹ ਚੀਜ਼ ਤਾਂ ਸੋਚਣੀ ਚਾਹੀਦੀ ਹੈ। ਦੂਜਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਤੁਸੀਂ ਕਹਿੰਦਾ ਕਿਹੜਾ ਆਪਾਂ ਕਨਵੇ ਨਹੀਂ ਕਰ ਪਾ ਰਹੇ, ਪਿਛਲੀਆਂ ਰਵਾਇਤੀ ਪਾਰਟੀਆਂ ਦਾ ਬਹੁਤ ਵੱਡੇ ਲੈਵਲ ਤੇ ਗੁੰਮਰਾਹਕੁੰਨ ਪ੍ਰਚਾਰ ਚੱਲ ਰਿਹਾ। ਉਹ ਕੀ ਕਰਦੇ ਆ, ਇੱਕ ਇਨਸਿਕਿਉਰਿਟੀ ਪੈਦਾ ਕਰ ਦਿੰਦੇ ਆ। ਇਸ ਚੀਜ਼ ਨੂੰ ਸੁਰਿੰਦਰ ਜੀ, ਜਦੋਂ ਤੁਸੀਂ ਵੀ ਬਿਲਕੁਲ ਸਾਇਲੈਂਟ ਹੋ ਕੇ ਦੂਰ ਬੈਠ ਕੇ ਦੇਖੋਗੇ ਤਾਂ ਤੁਸੀਂ ਇੱਕ ਚੀਜ਼ ਦੇਖੋਗੇ ਕਿ ਜਿੱਦਣ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਤੋਂ 3 ਦਿਨਾਂ ਬਾਅਦ ਤੋਂ ਹੀ
ਲਗਾਤਾਰ ਪੰਜਾਬ ਨੂੰ ਬਦਨਾਮ ਕਰਨ, ਪੰਜਾਬ ਦੇ ਖਿਲਾਫ ਬੋਲਣ ਦਾ ਇੱਕ ਪ੍ਰਚਾਰ ਚੱਲਿਆ ਹੋਇਆ। ਹਰ ਗੱਲ ਦੇ ਵਿੱਚ, ਸਹੀ ਗੱਲ ਦੇ ਵਿੱਚ ਵੀ ਕਮੀਆਂ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਸਿਸਟਮ ਚੱਲਿਆ ਹੋਇਆ, ਉਹ ਵੀ ਇੱਕ ਬਹੁਤ ਵੱਡਾ ਕਾਰਨ। ਔਰ ਲੇਕਿਨ ਲੋਕ ਹੌਲੇ ਹੌਲੇ ਸਮਝ ਰਹੇ ਆ। ਹੁਣ ਅੱਜ ਮੈਂ ਪਿੰਡਾਂ 'ਚ ਜਾ ਕੇ ਆਇਆ ਸੀ, ਮੈਂ ਦੇਖ ਕੇ ਆਇਆ ਕਿ ਪਿੰਡਾਂ ਦੇ ਵਿੱਚ ਲੋਕ ਕਿੰਨੇ ਖੁਸ਼ ਆ ਜਦੋਂ ਨਹਿਰਾਂ ਦੇ ਵਿੱਚ ਪਾਣੀ ਆ। ਅੱਜ ਇੱਥੋਂ ਤੱਕ ਪਹੁੰਚਿਆ, ਕੱਲ ਨੂੰ ਜਿਹੜੇ ਇਲਾਕੇ ਰਹਿ ਗਏ ਅਗਲੇ ਵਾਰੀ ਉੱਥੋਂ ਤੱਕ ਵੀ ਪਹੁੰਚੇਗਾ। ਇਹ ਥੋੜਾ ਖਬਰ ਔਰ ਸੰਤੋਖ ਵੀ ਚਾਹੀਦਾ, ਸਰਕਾਰ ਨੂੰ ਸਪੋਰਟ ਕਰਨਾ ਬਣਦਾ, ਜਿਹੜੀ ਸਰਕਾਰ ਰਿਜ਼ਲਟ ਦੇ ਰਹੀ ਹੈ। ਪਹਿਲੀਆਂ ਸਰਕਾਰਾਂ ਵਾਂਗੂ ਨਹੀਂ ਕਿ 4 ਸਾਲ ਸੁੱਤੀਆਂ ਪਈਆਂ ਨੇ। ਤੋ ਇੱਥੇ ਆ ਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਬਿਨਵਰ ਬੇਨਤੀ ਹੈ, ਬੜੇ ਪਿਆਰੇ ਲੋਕ ਹੈ ਸਾਡੇ ਪੰਜਾਬ ਦੇ, ਬੜੇ ਅੱਛੇ ਲੋਕ ਹੈ, ਚਾਹੇ ਸਾਡੇ ਕਿਸਾਨ ਭਰਾ, ਸਾਡੇ ਟੀਚਰ ਭਰਾ, ਚਾਹੇ ਜੋ ਵੀ ਹੈ, ਉਹ ਬੜੇ ਅੱਛੇ ਲੋਕ ਹੈ। ਲੇਕਿਨ ਸਾਡਾ ਪੰਜਾਬੀ ਇਮੋਸ਼ਨਲ ਹੁੰਦਾ ਕਿ ਗੁੰਮਰਾਹਕੁਨ ਪ੍ਰਚਾਰ 'ਚ ਵਿਰੋਧੀਆਂ ਦੇ ਨਾ ਫਸੋ। ਜਿੱਦਾਂ ਤੁਸੀਂ 1 ਸਾਲ ਦਾ ਅੰਕੜਾ ਕੱਢ ਲਓ, ਬਾਕੀ ਸਰਕਾਰਾਂ ਦਾ ਇੱਕ ਸਾਲ ਦਾ ਅੰਕੜਾ ਕੱਢ ਲਓ। ਜਿੱਦਾਂ ਕਹਿ ਸਕਦੇ ਹੋ ਨਾ ਕਿ 99 1 ਦਾ ਫਰਕ ਨਜ਼ਰ ਆਏਗਾ। ਅਸੀਂ 99 ਤੇ ਖੜਾਂਗੇ, 1 ਤੇ ਖੜਨਗੇ, ਬਹੁਤ ਔਖਾ, ਉਹ ਵੀ ਹੋ ਸਕਦਾ 0 ਤੇ ਹੀ ਰਹਿ ਜਾਣ। ਤੋ ਇਹ ਇਹਨਾਂ ਨੂੰ ਥੋੜਾ ਜਿਹਾ ਅਸੀਂ ਬੇਨਤੀ ਕਰਾਂਗੇ। ਬਿਲਕੁਲ ਪਾਸੀ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਏਸੀ ਬਿਕਰਮਜੀਤ ਸਿੰਘ ਪਾਸੀ ਕਹਿੰਦੇ ਕੰਪੈਰੀਜ਼ਨ 1 ਸਾਲ ਦੇ ਨਾਲ 1 ਸਾਲ ਕਰੋ ਕਿ ਤੁਹਾਨੂੰ ਫਿਰ ਫਰਕ ਨਜ਼ਰ ਆਏਗਾ। ਅਸੀਂ 1 ਸਾਲ ਦੇ ਵਿੱਚ ਕੀ ਕੀਤਾ ਤੇ ਪੁਰਾਣੀਆਂ ਸਰਕਾਰਾਂ ਨੇ 1 ਸਾਲ ਦੇ ਵਿੱਚ ਕੀ ਕੀਤਾ, ਇਹ ਦੇਖਣਾ ਪਏਗਾ। ਖੈਰ, ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਤੋਂ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।